TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਜਿਹੜੀਆਂ ਖਬਰਾਂ ਨੂੰ ਆਧਾਰ ਬਣਾਵਾਂਗਾ, ਜਿਹੜੀਆਂ ਘਟਨਾਵਾਂ ਦੀ ਚਰਚਾ ਕਰਾਂਗਾ, ਸੰਖੇਪ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਾਂ। ਕੈਨੇਡਾ ਵੱਲੋਂ ਕੈਨੇਡਾ ਅਮਰੀਕਾ ਸਰਹੱਦ ਤੇ ਲੱਗੀਆਂ ਪਾਬੰਦੀਆਂ ਚੁੱਕੇ ਜਾਣ ਦੇ ਐਲਾਨ ਤੋਂ ਬਾਅਦ ਅਮਰੀਕਾ ਨੇ ਇਹਨਾਂ ਪਾਬੰਦੀਆਂ ਵਿੱਚ ਕੀਤਾ ਹੋਰ ਵਾਧੇ ਦਾ ਐਲਾਨ। ਆਕਸੀਜਨ ਦੀ ਕਮੀ ਨਾਲ ਕਿੰਨੀਆਂ ਹੋਈਆਂ ਮੌਤਾਂ, ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦੀ ਇੱਕ ਰਿਪੋਰਟ ਪ੍ਰੋਗਰਾਮ ਦੌਰਾਨ ਕਰਾਂਗਾ ਪੇਸ਼। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੱਗੇਗੀ ਕਿਸਾਨ ਸੰਸਦ। ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਿਰਕਤ ਕਰਨਗੇ ਰਾਹੁਲ ਗਾਂਧੀ। ਸਿੱਧੂ ਦੇ ਘਰ ਭਵਿੱਖ ਦੀ ਰਣਨੀਤੀ ਸੰਬੰਧੀ ਪਾਸ ਕੀਤੇ ਗਏ ਕੁਝ ਅਹਿਮ ਮਤੇ ਅਤੇ ਮਮਤਾ ਬੈਨਰਜੀ ਨੇ ਭਾਜਪਾ ਨੂੰ ਹਰਾਉਣ ਲਈ ਦਿੱਤਾ ਸਾਰੀਆਂ ਵਿਰੋਧੀ ਧਿਰਾਂ ਨੂੰ ਇੱਕ ਸੱਦਾ। ਦੋਸਤੋ, ਇਹ ਕੁਝ ਖਬਰਾਂ ਰਹਿਣਗੀਆਂ ਜਿਨ੍ਹਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਤੇ ਟਿੱਪਣੀਆਂ ਕੀਤੀਆਂ ਜਾਣਗੀਆਂ। ਇਹਦੇ ਤੋਂ ਪਹਿਲਾਂ ਕਿ ਇਧਰ ਨੂੰ ਵਧੀਏ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਇਕੱਲੀ ਖਬਰ ਦੀ ਸਾਰ ਲਈਏ। US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕੈਨੇਡਾ ਤੇ ਉਧਰ ਮੈਕਸੀਕੋ, ਕਹਿਣ ਦਾ ਭਾਵ ਕੈਨੇਡਾ ਤੇ ਮੈਕਸੀਕੋ ਤੇ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ ਉਹਨਾਂ ਨੂੰ 1 ਮਹੀਨੇ ਲਈ 30 ਦਿਨਾਂ ਵਾਸਤੇ ਹੋਰ ਵਧਾ ਦਿੱਤਾ ਹੈ। ਜਾਣਕਾਰੀ ਮਿਲੀ ਹੈ ਤੇ ਉਸ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਫੈਸਲਾ ਇਹ ਉਸ ਵਕਤ ਲਿਆ ਗਿਆ ਜਦੋਂ ਬੀਤੇ ਦਿਨੀ ਕੈਨੇਡਾ ਸਰਕਾਰ ਨੇ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਅਮਰੀਕਨ ਨੂੰ, ਜਿਨ੍ਹਾਂ ਕੋਲੇ ਉੱਥੋਂ ਦੇ ਗ੍ਰੀਨ ਕਾਰਡ ਹੋਲਡਰ ਨੇ, ਉਹਨਾਂ ਨੂੰ 9 ਅਗਸਤ ਤੋਂ ਆਪਣੇ ਦਰਵਾਜ਼ੇ ਖੋਲ੍ਹਣ ਦਾ ਐਲਾਨ ਕਰ ਦਿੱਤਾ ਸੀ। ਕੁਝ ਕੁ ਦਿਨ ਪਹਿਲਾਂ ਹੀ ਇਸ ਐਲਾਨ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ। ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਕੈਨੇਡਾ ਨੂੰ ਹੁਣ ਤੱਕ ਪ੍ਰੈਸ਼ਰਾਈਜ਼ ਕਰਦਾ ਰਿਹਾ ਅਮਰੀਕਾ ਕਿ ਦਰਵਾਜ਼ੇ ਖੋਲ੍ਹੋ, ਗੈਰ ਜ਼ਰੂਰੀ ਯਾਤਰਾ ਤੇ ਲੱਗੀਆਂ ਪਾਬੰਦੀਆਂ ਵਿੱਚ ਢਿੱਲ ਦਿਓ। ਤੁਹਾਨੂੰ ਸ਼ਾਇਦ ਇਹ ਵੀ ਯਾਦ ਹੋਵੇ ਕਿ ਬੀਤੇ ਦਿਨੀ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਬਿਲ ਬਲੇਅਰ, ਉਹਨਾਂ ਨੇ ਬੀਤੇ ਸੋਮਵਾਰ ਨੂੰ ਇਹ ਕਿਹਾ ਸੀ ਕਿ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜ਼ਰੂਰੀ ਨਹੀਂ ਕਿ ਜੇ ਕੈਨੇਡਾ ਸਾਡੇ ਨਾਗਰਿਕਾਂ ਨੂੰ ਜਾਂ ਗ੍ਰੀਨ ਕਾਰਡ ਹੋਲਡਰਾਂ ਨੂੰ ਕੈਨੇਡਾ ਦੇ ਵਿੱਚ ਆਉਣ ਵਾਸਤੇ ਆਗਿਆ ਦਿੰਦਾ ਜਿਹੜੇ ਫੁੱਲੀ ਵੈਕਸੀਨੇਟ ਹੋ ਚੁੱਕੇ ਨੇ, ਕਿ ਅਮਰੀਕਾ ਵੀ ਇਸੇ ਤਰ੍ਹਾਂ ਦਾ ਕੋਈ ਫੈਸਲਾ ਲਵੇ। ਉਧਰ ਮਾਹਿਰਾਂ ਦਾ ਕਹਿਣਾ ਹੈ ਕਿ ਬਾਈਡਨ ਸਰਕਾਰ ਦਰਅਸਲ ਇਸ ਵਕਤ ਮੈਕਸੀਕੋ ਦੀ ਸਰਹੱਦ ਨੂੰ ਖੋਲ੍ਹਣਾ ਨਹੀਂ ਚਾਹੁੰਦੀ, ਰਿਫਿਊਜੀ ਸੰਕਟ ਦੇ ਕਾਰਨ ਨਹੀਂ ਖੋਲ੍ਹਣਾ ਚਾਹੁੰਦੀ, ਤੇ ਫਿਰ ਉਹ ਇਹ ਸੰਕੇਤ ਦੇਣਾ ਚਾਹੁੰਦੀ ਹੈ ਕਿ ਉਧਰ ਮੈਕਸੀਕੋ ਤੇ ਇੱਧਰ ਕੈਨੇਡਾ ਦੋਵੇਂ ਸਰਹੱਦਾਂ ਇੱਕੋ ਵਕਤ ਖੋਲ੍ਹੀਆਂ ਜਾਣ। ਅਮਰੀਕਾ ਦੀ ਸਰਕਾਰ ਤੇ ਇਸ ਫੈਸਲੇ ਦਾ ਕੁਝ ਕਾਨੂੰਨ ਘਾੜੇ, ਕੁਝ ਆਲੋਚਕ ਇਹਦਾ ਵਿਰੋਧ ਵੀ ਕਰ ਰਹੇ ਨੇ, ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਕਿ ਮਾਰਚ ਦੇ ਆਖਰੀ ਹਫ਼ਤੇ ਸਾਲ 2020 ਤੋਂ ਇਹ ਕੁਝ ਪਾਬੰਦੀਆਂ ਲਾਗੂ ਨੇ। ਸਮੇਂ-ਸਮੇਂ ਤੇ ਇਹਨਾਂ ਪਾਬੰਦੀਆਂ ਨੂੰ ਚੁੱਕਣ ਦੇ ਇਹਨਾਂ ਕੁਝ ਕਾਰਕੁਨਾਂ ਦੇ ਵੱਲੋਂ ਯਤਨ ਕੀਤੇ ਜਾਂਦੇ ਰਹੇ ਨੇ ਕਿ ਪਾਬੰਦੀਆਂ ਚੁੱਕੀਆਂ ਜਾਣ। ਕੁਝ ਸੈਨੇਟਰ ਵੀ ਇਸ ਤਰ੍ਹਾਂ ਦਾ ਪ੍ਰੈਸ਼ਰ ਬਿਲਡ ਕਰਦੇ ਰਹੇ ਨੇ, ਪਰ ਹੁਣ ਕੈਨੇਡਾ ਨੇ ਇਹ ਪਾਬੰਦੀਆਂ ਕੁਝ ਚੁੱਕ ਦਿੱਤੀਆਂ, ਪਰ ਅਮਰੀਕਾ ਨੇ ਉਹਦੇ ਵਿੱਚ 1 ਮਹੀਨੇ ਦਾ ਵਾਅਦਾ ਕਰ ਦਿੱਤਾ ਹੈ। ਤੇ ਇਹਦੇ ਨਾਲ ਹੀ ਕੈਨੇਡਾ ਵੱਲੋਂ ਇੱਕ ਹੋਰ ਵੱਡੀ ਖਬਰ ਹੈ ਕਿ ਕੈਨੇਡਾ ਨੇ 7 ਸਤੰਬਰ ਤੋਂ ਪੂਰੀ ਦੁਨੀਆ ਦੇ ਵਿੱਚੋਂ ਜਿਹੜੇ ਫੁੱਲੀ ਵੈਕਸੀਨੇਟ ਹੋ ਚੁੱਕੇ ਲੋਕ ਨੇ ਉਹਨਾਂ ਵਾਸਤੇ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਨੇ। ਕੈਨੇਡਾ ਸਰਕਾਰ ਦਾ ਬਿਆਨ ਇੱਕ ਸਾਹਮਣੇ ਆਇਆ ਸੀ ਕਿ 7 ਸਤੰਬਰ 2021 ਤੋਂ ਸਾਰੀਆਂ ਅੰਤਰਰਾਸ਼ਟਰੀ ਜਿਹੜੀਆਂ ਸਰਹੱਦਾਂ ਨੇ ਖੋਲ੍ਹੀਆਂ ਜਾ ਰਹੀਆਂ ਨੇ, ਭਾਵ ਟੂਰਿਜ਼ਮ ਖੋਲ੍ਹਿਆ ਜਾ ਰਿਹਾ ਹੈ। ਹਾਲਾਂਕਿ ਕੈਨੇਡਾ ਨੇ 21 ਅਗਸਤ ਤੱਕ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਫਲਾਈਟਸ ਤੇ ਜਹਾਜ਼ਾਂ ਦੇ ਉੱਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਸੀ, ਭਾਵ 21 ਤਰੀਕ ਅੱਜ ਉਹ ਪਾਬੰਦੀ ਖਤਮ ਹੋਣ ਵਾਲੀ ਸੀ ਤੇ ਉਹਨਾਂ ਨੂੰ 1 ਮਹੀਨੇ ਲਈ ਹੋਰ ਵਧਾ ਦਿੱਤਾ ਸੀ। ਕੈਨੇਡਾ ਨੇ ਕਿਹਾ ਹੈ ਕਿ ਉਹ ਆਪਣੀਆਂ ਸੇਵਾਵਾਂ ਨੂੰ ਉਹਨਾਂ ਲੋਕਾਂ ਵਾਸਤੇ ਖੋਲ੍ਹ ਦੇਵੇਗਾ ਜਿਨ੍ਹਾਂ ਨੇ COVID-19 ਦੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਣ। ਉਸ ਬਿਆਨ ਦੇ ਅਨੁਸਾਰ ਕਰੋਨਾ ਵੈਕਸੀਨ ਦੀ ਦੂਸਰੀ ਖੁਰਾਕ ਕੈਨੇਡਾ ਆਉਣ ਤੋਂ ਪਹਿਲਾਂ 14 ਦਿਨ ਲਈ ਹੋਣੀ ਲਾਜ਼ਮੀ ਹੈ। ਇਹਦੇ ਤੋਂ ਇਲਾਵਾ ਜੇ ਕੋਈ ਕੈਨੇਡਾ ਆਉਣਾ ਚਾਹੁੰਦਾ ਤਾਂ ਇੱਕ ਐਪ ਤੇ ਵੈਬ ਪੋਰਟਲ ਹੈ, ਉਹਦੇ ਤੇ ਆਪਣੀ ਟੂਰਿਜ਼ਮ ਨਾਲ ਜੁੜੀ ਜਾਣਕਾਰੀ ਵੀ ਸਾਂਝੀ ਕਰਨੀ ਪਏਗੀ। ਜੇਕਰ ਉਹ ਬਣਾਏ ਤੈਅ ਨਿਯਮਾਂ ਨੂੰ ਪੂਰਾ ਕਰਦਾ ਹੋਵੇਗਾ
ਜਿਹਦੇ ਵਿੱਚ ਦੋਵੇਂ ਉਹਨੇ ਵੈਕਸੀਨ ਲਈਆਂ ਹੋਣ, ਖੁਰਾਕਾਂ ਲਈਆਂ ਹੋਣ ਤੇ 14 ਦਿਨ ਪਹਿਲਾਂ ਲਈਆਂ ਹੋਣ ਤਾਂ ਉਹਨੂੰ ਕੈਨੇਡਾ ਦੇ ਵਿੱਚ ਆ ਕੇ ਕੁਆਰੰਟੀਨ ਵੀ ਨਹੀਂ ਕਰਨਾ ਪਏਗਾ। ਪਹਿਲੇ ਪੜਾਅ ਦੇ ਦੌਰਾਨ ਕੈਨੇਡਾ ਸਰਕਾਰ ਨੇ 9 ਅਗਸਤ 2021 ਤੋਂ ਅਮਰੀਕੀ ਨਾਗਰਿਕਾਂ ਤੇ ਉੱਥੋਂ ਦੇ ਗ੍ਰੀਨ ਕਾਰਡ ਹੋਲਡਰਸ ਨੂੰ ਕੈਨੇਡਾ ਦੇ ਵਿੱਚ ਐਂਟਰੀ ਦੇਣ ਦਾ ਐਲਾਨ ਕੀਤਾ ਸੀ, ਜੋ ਫਿਲਹਾਲ ਅਮਰੀਕਾ ਵਿੱਚ ਰਹਿ ਰਹੇ ਨੇ, ਜੋ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਹੋ ਚੁੱਕੇ ਨੇ। ਤੇ ਸਰਕਾਰ ਦੇ ਵੱਲੋਂ ਇਹ ਫੈਸਲਾ ਕੈਨੇਡਾ ਦੇ ਵਿੱਚ ਰੋਕਥਾਮ ਕਰਨ ਅਤੇ ਮਹਾਮਾਰੀ ਰੋਕਥਾਮ ਦੇ ਮਕਸਦ ਦੇ ਨਾਲ ਲਿਆ ਗਿਆ ਸੀ। ਤੇ ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕੁਝ ਨਵੇਂ ਵੇਰੀਐਂਟ ਆਉਂਦੇ ਨੇ ਕਿ ਇਹ ਸਥਿਤੀ ਜਿਉਂ ਦੀ ਤਿਉਂ ਰਹਿੰਦੀ ਹੈ ਜਾਂ ਇਹਦੇ ਵਿੱਚ ਕੁਝ ਵਾਧਾ ਜਾਂ ਕੁਝ ਘਾਟਾ ਕੀਤਾ ਜਾ ਸਕਦਾ। ਪਰ ਫਿਲਹਾਲ 7 ਸਤੰਬਰ ਤੋਂ ਸਾਰੀ ਦੁਨੀਆ ਭਰ ਦੇ ਵਿੱਚੋਂ ਫੁੱਲੀ ਵੈਕਸੀਨੇਟ ਹੋ ਚੁੱਕੇ ਲੋਕ ਕੈਨੇਡਾ ਦੇ ਵਿੱਚ ਸ਼ਾਮਲ ਹੋ ਸਕਣਗੇ, ਆ ਸਕਣਗੇ। ਅਗਲੀ ਜਿਹੜੀ ਖਬਰ ਹੈ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਖਬਰ ਹੈ ਤੇ ਉਧਰ ਸੰਸਦ 'ਚ ਮੌਨਸੂਨ ਸੈਸ਼ਨ ਚੱਲ ਰਿਹਾ ਹੈ। ਖੇਤੀ ਕਾਨੂੰਨਾਂ ਦੇ ਖਿਲਾਫ ਤਕਰੀਬਨ 8 ਮਹੀਨੇ ਹੋ ਚੱਲੇ ਨੇ, ਅੰਦੋਲਨ ਕਰ ਰਹੇ ਨੇ ਕਿਸਾਨ ਸਰਹੱਦਾਂ ਤੇ ਬੈਠ ਕੇ। ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 22 ਜੁਲਾਈ ਤੋਂ ਸੰਸਦ ਭਵਨ ਦੇ ਬਾਹਰ ਉਹ ਆਪਣੀ ਇੱਕ ਸੰਸਦ ਲਾਇਆ ਕਰਨਗੇ, ਉਹ ਆਪਣਾ ਵਿਰੋਧ ਪ੍ਰਗਟ ਕਰਨਗੇ, ਰੋਸ ਦਰਜ ਕਰਾਉਣਗੇ। ਸੰਸਦ ਦੇ ਵਿੱਚ ਜਿਹੜੀ ਇਹ ਕਿਸਾਨਾਂ ਦੀ ਲੱਗਣੀ ਹੈ, ਸੰਯੁਕਤ ਕਿਸਾਨ ਮੋਰਚੇ ਨੇ ਆਖਿਆ ਕਿ ਮੁਲਕ ਭਰ ਤੋਂ ਕਿਸਾਨ ਤੇ ਕਿਸਾਨ ਆਗੂ ਇਹਦੇ ਵਿੱਚ ਜਥੇਬੰਦੀਆਂ ਹਿੱਸਾ ਲੈਣਗੀਆਂ ਅਤੇ ਰੋਜ਼ਾਨਾ 200 ਕਾਰਕੁਨ ਇਸ ਦੇ ਵਿੱਚ ਸ਼ਾਮਲ ਹੋਇਆ ਕਰਨਗੇ। ਕੇਂਦਰ ਸਰਕਾਰ ਤੋਂ ਇਹ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਿਆ ਕਰਨਗੇ। ਇਹ ਕਿਸਾਨ ਸਿੰਘੂ ਸਰਹੱਦ ਤੋਂ ਸਵੇਰੇ ਤਕਰੀਬਨ 9 ਵਜੇ ਨਿਕਲਿਆ ਕਰਨਗੇ ਅਤੇ ਸ਼ਾਮ ਨੂੰ 5 ਵਜੇ ਬੱਸਾਂ ਦੇ ਰਾਹੀਂ ਜਿਸ ਤਰ੍ਹਾਂ ਜਾਇਆ ਕਰਨਗੇ, ਬੱਸਾਂ ਦੇ ਰਾਹੀਂ ਵਾਪਸ ਆਇਆ ਕਰਨਗੇ ਅਤੇ ਇਹ ਸੰਸਦ ਭਵਨ ਦੇ ਨੇੜੇ ਬਾਹਰ ਕਿਸਾਨਾਂ ਦੀ ਸੰਸਦ ਲੱਗਿਆ ਕਰੇਗੀ। ਇਹਦੇ ਸੰਸਦ ਦੇ ਵਿੱਚ ਤਿੰਨੇ ਕਾਲੇ ਕਾਨੂੰਨਾਂ ਦੀਆਂ ਮਦਾਂ ਉੱਪਰ ਚਰਚਾ ਹੋਇਆ ਕਰੇਗੀ। ਭਾਰਤ ਦੇ ਹੁਕਮਰਾਨਾਂ ਦੇ ਖਿਲਾਫ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਜਾਇਆ ਕਰੇਗੀ। ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਰੋਜ਼ਾਨਾ ਸਵੇਰੇ ਲਗਭਗ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਕਿਸਾਨਾਂ ਦੀ ਸੰਸਦ ਲੱਗਿਆ ਕਰੇਗੀ। ਇਹਦੇ ਦੌਰਾਨ ਬਾਹਰ ਕਿਸਾਨਾਂ ਦੀ ਤੇ ਅੰਦਰ ਸੰਸਦਾਂ ਦੀ ਸੰਸਦ ਲੱਗੀ ਰਿਹਾ ਕਰੇਗੀ। ਹੁਣ ਮੌਨਸੂਨ ਸੈਸ਼ਨ ਚੱਲ ਰਿਹਾ ਹੈ, ਕਿਸਾਨਾਂ ਦੇ ਜੰਤਰ ਮੰਤਰ ਆਉਣ ਦਾ ਰਸਤਾ ਹੁਣ ਸਾਫ਼ ਹੋ ਗਿਆ, ਕਿਉਂਕਿ ਬੀਤੇ ਕਈ ਦਿਨ ਤੋਂ ਲਗਾਤਾਰ ਮੀਟਿੰਗਾਂ ਦਿੱਲੀ ਦੀ ਪੁਲਿਸ ਨਾਲ ਚੱਲ ਰਹੀਆਂ ਸੀ ਕਿ ਭਾਈ ਸਾਨੂੰ ਆਗਿਆ ਦਿਓ, ਸਾਡਾ ਇਹ ਮੁਲਕ ਹੈ, ਅਸੀਂ ਆਪਣਾ ਰੋਸ ਆਪਣੇ ਤਰੀਕੇ ਨਾਲ ਪ੍ਰਗਟਾਉਣਾ ਚਾਹੁੰਦੇ ਹਾਂ। ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਸੰਸਦ ਆਪਣੀ ਲਾਉਣੀ ਹੈ, ਸੰਸਦ ਦਾ ਘਿਰਾਓ ਨਹੀਂ ਕਰਨਾ। ਇਹ ਦੋ ਵੱਖਰੀਆਂ ਗੱਲਾਂ ਨੇ। ਦਿੱਲੀ ਪੁਲਿਸ ਦੇ ਕੁਝ ਸੂਤਰ ਦੱਸ ਰਹੇ ਨੇ ਕਿ ਲਗਭਗ 200 ਦੇ ਆਸ-ਪਾਸ ਕਿਸਾਨਾਂ ਨੂੰ ਬੱਸਾਂ ਦੇ ਰਾਹੀਂ ਜੰਤਰ ਮੰਤਰ ਲੈ ਕੇ ਜਾਇਆ ਕਰਨਗੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇ ਵਾਸਤੇ। ਕਿਸਾਨਾਂ ਦੀਆਂ ਜਿਹੜੀਆਂ ਬੱਸਾਂ ਨੇ ਪੁਲਿਸ ਦੀ ਨਿਗਰਾਨੀ ਦੇ ਹੇਠ ਜੰਤਰ ਮੰਤਰ ਪਹੁੰਚਿਆ ਕਰਨਗੀਆਂ ਤੇ ਉੱਥੋਂ ਵਾਪਸ ਆਇਆ ਕਰਨਗੀਆਂ। ਭੀੜ ਇਕੱਠੀ ਨਾ ਹੋ ਸਕੇ, ਕਿਸਾਨਾਂ ਦਾ ਅੰਦੋਲਨ ਉੱਥੇ ਸ਼ਾਂਤਮਈ ਚੱਲਦਾ ਰਹਿ ਸਕੇ। ਜੰਤਰ ਮੰਤਰ ਤੇ ਸੁਰੱਖਿਆ ਦੇ ਪ੍ਰਬੰਧ ਵੀ ਪਤਾ ਲੱਗਿਆ ਕਿ ਪੁਖਤਾ ਕਰ ਦਿੱਤੇ ਗਏ ਨੇ। ਹਾਲਾਂਕਿ ਦਿੱਲੀ ਪੁਲਿਸ ਨੇ ਲਿਖਤੀ ਤੌਰ ਤੇ ਜਾਂ ਅਧਿਕਾਰਤ ਤੌਰ ਤੇ ਇਸ ਪ੍ਰਦਰਸ਼ਨ ਨੂੰ ਕਰਨ ਵਾਸਤੇ ਕੋਈ ਪਰਮਿਸ਼ਨ ਨਹੀਂ ਦਿੱਤੀ, ਪਰ ਹਾਂ ਹਾਮੀ ਭਰ ਦਿੱਤੀ ਗਈ ਹੈ। ਸੂਤਰਾਂ ਦੇ ਮੁਤਾਬਕ ਕਿਸਾਨ ਸਵੇਰੇ 10:30 ਵਜੇ ਜੰਤਰ ਮੰਤਰ ਤੇ ਪਹੁੰਚਿਆ ਕਰਨਗੇ ਤੇ 5 ਵਜੇ ਤੱਕ ਉੱਥੇ ਬੈਠਿਆ ਕਰਨਗੇ ਅਤੇ ਇਹ ਸ਼ਾਂਤੀਪੂਰਵਕ ਤਰੀਕੇ ਨਾਲ ਪ੍ਰਦਰਸ਼ਨ ਹੋਏਗਾ। ਜੰਤਰ ਮੰਤਰ ਤੇ ਕਿਸਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ਪੁਲਿਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਕਿ ਨੀਮ ਫੌਜੀ ਬਲਾਂ ਦੀਆਂ 5 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ। ਸੂਤਰਾਂ ਦੇ ਮੁਤਾਬਕ ਪਹਿਚਾਣ ਪੱਤਰ ਚੈੱਕ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਬੈਰੀਕੇਡ ਦੇ ਅੰਦਰ ਜਾਣ ਦਿੱਤਾ ਜਾਇਆ ਕਰੇਗਾ ਅਤੇ ਸ਼ਾਮ ਨੂੰ ਇਸ ਤਰ੍ਹਾਂ ਪ੍ਰਦਰਸ਼ਨ ਵਾਪਸ ਖਤਮ ਕਰਨ ਤੋਂ ਬਾਅਦ ਉਹ ਸਿੰਘੂ ਸਰਹੱਦ ਤੇ ਪਹੁੰਚ ਜਾਇਆ ਕਰਨਗੇ। ਹੁਣ ਵੇਖਦੇ ਹਾਂ ਕਿ ਇਹ ਜਿਹੜਾ ਸੰਸਦ ਇੱਕ ਅੰਦਰ ਚੱਲਣਾ ਤੇ ਇੱਕ ਬਾਹਰ ਚੱਲਣਾ, ਦੋਵੇਂ ਸਮਾਨ ਅੰਤਰ ਚੱਲਣੇ ਨੇ ਕਿ ਅੰਦਰਲੀ ਗੂੰਜ ਹੈ ਜਿਹੜੀ, ਕਿਉਂਕਿ ਵਿਪ ਜਾਰੀ ਕਰਨ ਤੋਂ ਬਾਅਦ ਲਗਾਤਾਰ ਬੁਲੰਦ ਹੋ ਰਹੀ ਹੈ ਕਿ ਇਸੇ ਸੈਸ਼ਨ ਦੇ ਵਿੱਚ ਇਹਨਾਂ ਕਾਨੂੰਨਾਂ ਤੇ ਲੀਕ ਮਾਰਨ ਦੇ ਲਈ ਕੁਝ ਅੱਗੇ ਕਦਮ ਪੁੱਟੇ ਜਾਂਦੇ ਨੇ ਜਾਂ ਫਿਰ ਨਹੀਂ। ਅਗਲੀ ਖਬਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਖਬਰ ਹੈ। ਸਿੱਧੂ ਦੀ ਅੱਜ ਤਾਜਪੋਸ਼ੀ ਹੋਣੀ ਹੈ, 23 ਤਰੀਕ ਨੂੰ ਹੋਣੀ ਹੈ, ਪਰ ਉਹਦੇ ਤੋਂ ਪਹਿਲਾਂ ਸਿਆਸਤ ਗਰਮਾਈ ਹੋਈ ਹੈ। ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਿਯੁਕਤ ਕਰ ਦਿੱਤੇ ਗਏ ਸੀ ਬੀਤੇ ਦਿਨੀ ਨਵਜੋਤ ਸਿੰਘ ਸਿੱਧੂ। ਉਹਨਾਂ ਦਾ ਤਾਜਪੋਸ਼ੀ ਸਮਾਗਮ 23 ਜੁਲਾਈ ਨੂੰ ਕੀਤਾ ਜਾ ਰਿਹਾ ਹੈ। ਹੁਣ ਰੇੜਕਾ ਕੀ ਬਣਿਆ ਹੋਇਆ, ਸ਼ਸ਼ੋਪੰਜ ਕੀ ਬਣੀ ਹੋਈ ਹੈ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੇ, ਪਹੁੰਚਣਗੇ ਜਾਂ ਨਹੀਂ। ਇਸ ਗੱਲ ਨੂੰ ਲੈ ਕੇ ਹਾਲੇ ਤੱਕ ਵੀ ਸ਼ਸ਼ੋਪੰਜ ਹੈ, ਰੇੜਕਾ ਜਾਰੀ ਹੈ।
भावें बहु गिणती ਜਿਹੜੇ ਵਿਧਾਇਕ ਨੇ ਉਹਨਾਂ ਨੇ ਸਿੱਧੂ ਦੀ ਅਗਵਾਈ ਹੁਣ ਕਬੂਲ ਕਰ ਲਈ ਹੈ, ਪਰ ਜਿਹੜੀ ਪੰਜਾਬ ਅੰਦਰ ਜਾਂ ਪੰਜਾਬ ਕਾਂਗਰਸ ਦੇ ਅੰਦਰ ਜਿਹੜੀ ਖਿੱਚੋ ਤਾਣਾ ਹਾਲੇ ਬਰਕਰਾਰ ਹੈ, ਇਹਦਾ ਪਰਛਾਵਾਂ ਸਿੱਧੂ ਦੀ ਤਾਜਪੋਸ਼ੀ ਦੇ ਉੱਪਰ ਪੈਂਦਾ ਨਜ਼ਰ ਆ ਰਿਹਾ ਹੈ। ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਜੇਕਰ ਇਸ ਸਮਾਗਮ ਦੇ ਵਿੱਚੋਂ ਗੈਰ ਹਾਜ਼ਰ ਰਹੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਂਗਰਸ ਦੀ ਤਲਖੀ ਹੋਰ ਵੱਧ ਸਕਦੀ ਹੈ। ਤੇ ਇਹ ਵੀ ਸੰਭਵ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਹਾਈ ਕਮਾਨ ਨੂੰ ਅੱਖਾਂ ਦਿਖਾਉਂਦੇ ਰਹੇ, ਕਿਉਂਕਿ ਇੱਕ ਕਿਸਮ ਦੀਆਂ ਅੱਖਾਂ ਨੇ, ਕਿਉਂਕਿ ਫੈਸਲਾ ਹਾਈ ਕਮਾਨ ਦਾ ਹੈ ਕਿ ਸਿੱਧੂ ਤੇ ਨਾਲ 4 ਕਾਰਜਕਾਰੀ ਪ੍ਰਧਾਨ ਉਹਨਾਂ ਵੱਲੋਂ ਥਾਪੇ ਗਏ ਨੇ। ਜੇਕਰ ਕੈਪਟਨ ਇਸ ਤਾਜਪੋਸ਼ੀ ਸਮਾਗਮ ਤੋਂ ਦੂਰ ਰਹਿੰਦੇ ਨੇ, ਪਾਸਾ ਵੱਟਦੇ ਨੇ, ਲਾਂਭੇ ਰਹਿੰਦੇ ਨੇ, ਤਾਂ ਹੋ ਸਕਦਾ ਕਿ ਹਾਈ ਕਮਾਨ ਅੱਕ ਚੱਬ ਲਵੇ, ਕੋਈ ਹੋਰ ਫੈਸਲਾ ਕਰ ਦੇਵੇ, ਮੁੱਖ ਮੰਤਰੀ ਦੀ ਕੁਰਸੀ ਨੂੰ ਕਿਤੇ ਹੋ ਸਕਦਾ ਖਤਰਾ ਹੋ ਜੇ। ਕਿਉਂਕਿ ਬੀਤੇ ਦਿਨੀ ਵੀ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਫਾਰਿਸ਼ਾਂ ਨੂੰ ਦਰਕਿਨਾਰ ਕੀਤਾ। ਆਖਰਕਾਰ ਉਹਨਾਂ ਨੇ ਪੰਜਾਬ ਦੇ ਵਿੱਚ ਸਰਵੇ ਕਰਵਾਇਆ ਸੀ, ਉਹ ਸਰਵੇ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ। ਹੋ ਸਕਦਾ ਹੈ ਕਿ ਜੇ ਉਹ ਲਾਂਭੇ ਰਹੇ ਤਾਂ ਕੋਈ ਵੱਡਾ ਫੈਸਲਾ ਲਿਆ ਜਾ ਸਕੇ। ਖਾਸ ਕਰਕੇ ਵਿਰੋਧੀ ਧਿਰਾਂ ਵੀ ਕਾਂਗਰਸ ਦੀ ਇਸ ਪਾਟੋ ਧਾੜ ਤੇ ਟੇਕ ਲਾਈ ਬੈਠੀਆਂ ਨੇ। ਜੇਕਰ ਮੁੱਖ ਮੰਤਰੀ ਸਮਾਗਮ ਵਿੱਚ ਸ਼ਾਮਲ ਨਾ ਹੋਏ ਤਾਂ ਕਾਂਗਰਸ ਵਾਸਤੇ, ਖਾਸ ਕਰਕੇ ਕੈਪਟਨ ਅਮਰਿੰਦਰ ਵਾਸਤੇ ਇਹ ਬਿਲਕੁਲ ਚੰਗਾ ਨਹੀਂ ਹੋਣਾ। ਇਹ ਵੀ ਗੱਲ ਉਚੇਚੇ ਤੌਰ ਤੇ ਦੱਸਣ ਵਾਲੀ ਹੈ ਕਿ ਇਸ ਸਮਾਗਮ ਤੋਂ ਪਹਿਲਾਂ ਕੈਪਟਨ ਅਤੇ ਸਿੱਧੂ ਦੀ ਜਿਹੜੀ ਮਿਲਣੀਆਂ ਮੁਸ਼ਕਲ ਜਾਪਦੀ ਹੈ, ਕਿਉਂਕਿ ਸਮਾਂ ਬੜਾ ਥੋੜਾ ਰਹਿੰਦਾ ਹੈ। ਪਰ ਇਹ ਖਬਰਾਂ ਮਿਲੀਆਂ ਨੇ ਕਿ 62 ਵਿਧਾਇਕ ਨੇ, ਇਹਨਾਂ ਵਿਧਾਇਕਾਂ ਦੇ ਵੱਲੋਂ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਤਾਜਪੋਸ਼ੀ ਸਮਾਗਮ ਦਾ ਸੱਦਾ ਦੇਣ ਦੇ ਵਾਸਤੇ ਇੱਕ ਅਧਿਕਾਰਤ ਤੌਰ ਤੇ ਚਿੱਠੀ ਲਿਖ ਦਿੱਤੀ ਗਈ ਹੈ ਤੇ ਚਿੱਠੀ ਦੇ ਵਿੱਚ ਸਾਰਿਆਂ ਨੇ ਆਪਣੇ ਦਸਤਖਤ ਕਰ ਦਿੱਤੇ ਨੇ। ਵਿਧਾਇਕਾਂ ਦੇ ਵੱਲੋਂ ਕੁਝ ਲਿਖਤੀ ਮਤੇ ਪਾਸ ਕੀਤੇ ਗਏ ਹੈ। ਹਾਈ ਕਮਾਨ ਵੱਲੋਂ ਉਹਨਾਂ ਨੇ ਆਖਿਆ ਕਿ ਸਿੱਧੂ ਨੂੰ ਪ੍ਰਧਾਨ ਅਤੇ 4 ਜਿਹੜੇ ਹੋਰ ਕਾਰਜਕਾਰੀ ਪ੍ਰਧਾਨ ਥਾਪੇ ਗਏ ਨੇ, ਇਸ ਫੈਸਲੇ ਨੂੰ ਮੁੱਖ ਰੱਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਇਹਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਹੁਣ ਇਹ ਵੀ ਪਤਾ ਲੱਗਿਆ ਕਿ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਕੁਲਜੀਤ ਨਾਗਰਾ, ਉਹ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਚਾਹੁੰਦੇ ਨੇ। ਮੁੱਖ ਮੰਤਰੀ ਦਫ਼ਤਰ ਤੋਂ ਉਹਨਾਂ ਨੇ ਸਮੇਂ ਦੀ ਮੰਗ ਵੀ ਕੀਤੀ ਹੈ, ਪਰ ਹਾਲੇ ਤੱਕ ਸਮਾਂ ਦਿੱਤਾ ਨਹੀਂ ਗਿਆ। 62 ਵਿਧਾਇਕਾਂ ਦੇ ਦਸਤਖਤਾਂ ਵਾਲਾ ਇਹ ਖੱਤ, ਇਹ ਚਿੱਠੀ ਕੁਲਜੀਤ ਨਾਗਰਾ ਦੱਸਦੇ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਜਾ ਕੇ ਦੇ ਕੇ ਆਉਣਗੇ। ਹੁਣ ਸਿੱਧੂ ਜਦੋਂ ਅੰਮ੍ਰਿਤਸਰ ਦਰਬਾਰ ਸਾਹਿਬ ਦੁਰਗਿਆਣਾ ਮੰਦਿਰ ਮੱਥਾ ਟੇਕਣ ਗਏ ਤਾਂ ਕਾਂਗਰਸੀ ਵਿਧਾਇਕ ਜਿਹੜੇ ਇਸ ਵਕਤ ਮੌਜੂਦਾ ਨੇ, ਕੁਝ ਸਾਬਕਾ ਵਿਧਾਇਕ, ਕੁਝ ਵੱਡੇ ਆਗੂ, ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਸੀ। 2 ਵੱਡੀਆਂ ਬੱਸਾਂ ਭਰ ਕੇ ਉੱਥੇ ਗਈਆਂ। ਭਾਵ ਕਾਂਗਰਸ ਦੇ ਵੱਡੇ ਆਗੂਆਂ ਦਾ, ਬਹੁ ਗਿਣਤੀ ਆਗੂਆਂ ਦਾ ਸਮਰਥਨ ਸਿੱਧੂ ਦੇ ਨਾਲ ਹੈ। ਕੁਝ ਲੋਕ ਉਹਨੂੰ ਸ਼ਕਤੀ ਪ੍ਰਦਰਸ਼ਨ ਆਖਦੇ ਸੀ, ਪਰ ਪਤਾ ਲੱਗਿਆ ਕਿ ਇਹਨਾਂ ਵਿਧਾਇਕਾਂ ਦੇ ਵੱਲੋਂ ਸਿੱਧੂ ਦੀ ਰਿਹਾਇਸ਼ ਤੇ ਇੱਕ ਮੀਟਿੰਗ ਵੀ ਕੀਤੀ ਗਈ ਹੈ ਤੇ ਮੀਟਿੰਗ ਕਰਕੇ ਕੁਝ ਫੈਸਲੇ ਵੀ ਲਏ ਗਏ ਹੈ। ਦੂਸਰੇ ਪਾਸੇ ਅਮਰਿੰਦਰ ਸਿੰਘ ਨੇ ਇਸ ਮੀਟਿੰਗ ਬਾਰੇ ਜਾਂ ਇਹਦੇ ਸਮਾਗਮ ਦੇ ਬਾਰੇ ਹਾਲੇ ਕੋਈ ਟਿੱਪਣੀ ਨਹੀਂ ਕੀਤੀ, ਪਰ ਜਾਣਕਾਰੀ ਦੇ ਅਨੁਸਾਰ ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਭਵਨ ਦੇ ਵਿੱਚ 23 ਜੁਲਾਈ ਨੂੰ ਸਵੇਰੇ 11 ਵਜੇ ਸਿੱਧੂ ਦਾ ਇਹ ਸਮਾਗਮ ਤਾਜਪੋਸ਼ੀ ਵਾਲਾ ਹੋਣਾ ਹੈ, ਜਿਸ ਦੇ ਵਿੱਚ ਸਿੱਧੂ, ਜਿਹਦੇ ਵਿੱਚ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਸੁਖਵਿੰਦਰ ਡੈਨੀ, ਸੰਗਤ ਸਿੰਘ ਗਿਲਜੀਆਂ ਅਤੇ ਪਵਨ ਗਰਗ ਆਪੋ ਆਪਣੇ ਅਹੁਦੇ ਸੰਭਾਲਣਗੇ। ਇਸ ਮੌਕੇ ਤੇ ਜਿੱਥੇ ਰਾਹੁਲ ਗਾਂਧੀ ਦੇ ਪਹੁੰਚਣ ਦੀ ਖਬਰ ਹੈ, ਉੱਥੇ ਪੰਜਾਬ ਦੇ ਇੰਚਾਰਜ ਲਾਏ ਹੋਏ ਨੇ ਕਾਂਗਰਸ ਨੇ ਹਰੀਸ਼ ਰਾਵਤ। ਉਹਨਾਂ ਦੀ ਵੀ ਉਮੀਦ ਹੈ ਕਿ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰਨਗੇ। ਤੇ ਉਧਰ ਕੈਪਟਨ ਅਮਰਿੰਦਰ ਸਿੰਘ ਆਖ ਚੁੱਕੇ ਹੈ ਕਿ ਜਿੰਨਾ ਚਿਰ ਸਿੱਧੂ ਜਨਤਕ ਤੌਰ ਤੇ ਅਪਮਾਨਜਨਕ ਟਿੱਪਣੀਆਂ ਦੇ ਵਾਸਤੇ ਉਹਨਾਂ ਤੋਂ ਮੁਆਫੀ ਨਹੀਂ ਮੰਗਦੇ, ਉਦੋਂ ਤੱਕ ਉਹ ਸਿੱਧੂ ਨੂੰ ਮਿਲਣਗੇ ਨਹੀਂ। ਹੁਣ ਸਿਆਸੀ ਹਲਕਿਆਂ ਦੇ ਅੰਦਾਜ਼ੇ ਦੇ ਅਨੁਸਾਰ ਮੁੱਖ ਮੰਤਰੀ ਇਸ ਸਮਾਗਮ ਤੋਂ ਟਾਲਾ ਵੱਟ ਸਕਦੇ ਆ ਤੇ ਮੁਆਫੀ ਵਾਲੀ ਸ਼ਰਤ ਫਿਰ ਰੱਖ ਸਕਦੇ ਆ, ਫਿਰ ਦੁਹਰਾ ਸਕਦੇ ਆ। ਤੇ ਦੂਸਰੇ ਪਾਸੇ ਸਿੱਧੂ ਦੇ ਸਮਰਥਕ ਕੈਪਟਨ ਦੀ ਆ ਮੁਆਫੀ ਵਾਲੀ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ, ਉਹ ਅਸਹਿਮਤੀ ਪ੍ਰਗਟਾ ਰਹੇ ਨੇ। ਪ੍ਰਗਟ ਸਿੰਘ ਹੋਰਾਂ ਨੇ ਤਾਂ ਬੀਤੇ ਦਿਨੀ ਇੱਥੋਂ ਤੱਕ ਆਖ ਦਿੱਤਾ ਸੀ ਕਿ ਸਿੱਧੂ ਕਿਉਂ ਮੁਆਫੀ ਮੰਗੇ, ਕੈਪਟਨ ਮੁਆਫੀ ਮੰਗਣ। ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ, ਚੋਣ ਜਿੱਤੀ ਸੀ, ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ, ਪਰ ਵਾਅਦੇ ਪੂਰੇ ਨਹੀਂ ਕੀਤੇ। ਇਸੇ ਤਰ੍ਹਾਂ ਬਾਘਾ ਪੁਰਾਣਾ ਤੋਂ ਵਿਧਾਇਕ ਨੇ ਦਰਸ਼ਨ ਬਰਾੜ, ਉਹਨਾਂ ਨੇ ਤਾਂ ਇਹਨਾਂ ਵਿਧਾਇਕਾਂ ਦੀ ਮੀਟਿੰਗ ਵਿੱਚ ਇੱਥੋਂ ਤੱਕ ਆਖ ਦਿੱਤਾ ਕਿ ਸਿੱਧੂ ਨੇ ਸਾਨੂੰ ਬਚਾ ਲਿਆ, ਬਾਬੇ ਨਾਨਕ ਨੇ ਸਾਡੀ ਸੁਣ ਲਈ, ਨਹੀਂ ਤਾਂ ਅਸੀਂ ਤਾਂ ਮਰੇ ਪਏ ਸੀ। ਹੁਣ ਜਦੋਂ ਅਸੀਂ ਆਪਣੇ ਹਲਕਿਆਂ 'ਚ ਸਿੱਧੂ ਨੂੰ ਲੈ ਕੇ ਜਾਵਾਂਗੇ, ਸਿੱਧੂ ਐਕਸ਼ਨ ਕਰੂਗਾ, ਲੋਕ ਕਹਿਣਗੇ ਸਿੱਧੂ ਆ ਗਿਆ, ਸਿੱਧੂ ਆ ਗਿਆ, ਤਾੜੀਆਂ ਵੱਜਣਗੀਆਂ। ਹੁਣ ਸਿੱਧੂ ਦੇ ਧੜੇ ਵੱਲੋਂ 62 ਵਿਧਾਇਕ ਜਦੋਂ ਉਹਨਾਂ ਦੇ ਖੇਮੇ ਵਿੱਚ ਜਾ ਕੇ ਬੈਠ ਗਏ, ਜਾਂ ਆਪਾਂ ਇਹ ਆਖ ਸਕਦੇ ਹਾਂ ਕਿ ਕਾਂਗਰਸ ਦੀ ਮਜ਼ਬੂਤੀ ਦੇ ਵਾਸਤੇ 62 ਵਿਧਾਇਕਾਂ ਨੇ ਇੱਕ ਚਿੱਠੀ ਤੇ ਦਸਤਖਤ ਕਰ ਦਿੱਤੇ ਹੈ। ਜਿਸ ਤਰ੍ਹਾਂ ਮੈਂ ਆਖ ਰਿਹਾ ਸੀ, ਕੁਝ ਲੋਕ ਆਖ ਰਹੇ ਨੇ ਕਿ ਸਿੱਧੂ ਦਾ ਸ਼ਕਤੀ ਪ੍ਰਦਰਸ਼ਨ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ,
ਉਹ ਕਹਿੰਦੇ 62 ਨਹੀਂ ਤਾਂ 40-45 ਕਾਂਗਰਸੀ ਵਿਧਾਇਕ ਤਾਂ ਸ਼ਾਮਲ ਸੀ ਜਦੋਂ ਸਿੱਧੂ ਦਰਬਾਰ ਸਾਹਿਬ ਨਤਮਸਤਕ ਹੋਣ ਗਏ। ਪਰ ਉਹ ਇਸ ਗੱਲ ਨਾਲ ਇਤਫਾਕ ਨਹੀਂ ਰੱਖਦੇ ਕਿ ਇਹ ਸ਼ਕਤੀ ਪ੍ਰਦਰਸ਼ਨ ਸੀ। ਉਹ ਕਹਿੰਦੇ ਅਸੀਂ ਤਾਂ ਇੱਕ ਨਿਮਾਣੇ ਸਿੱਖ ਸ਼ਰਧਾਲੂ ਜਾਂ ਇਨਸਾਨ ਦੇ ਵਜੋਂ ਗੁਰੂ ਘਰ ਨਤਮਸਤਕ ਹੋਣ ਵਾਸਤੇ ਪਹੁੰਚੇ ਸੀ। ਪੰਜਾਬ ਦੀ ਖੁਸ਼ਹਾਲੀ ਦੇ ਵਾਸਤੇ, ਤਰੱਕੀ ਦੇ ਵਾਸਤੇ ਅਰਦਾਸ ਕਰਨ ਗਏ ਸੀ, ਆਸ਼ੀਰਵਾਦ ਪ੍ਰਾਪਤ ਕਰਨ ਗਏ ਸੀ। ਉਹਨਾਂ ਕਿਹਾ ਕਿ ਗੁਰੂ ਘਰ ਦੇ ਵਿੱਚ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਕਰਨ ਜਾਂਦਾ। ਉਹਨਾਂ ਨੇ ਇੱਥੋਂ ਤੱਕ ਆਖ ਦਿੱਤਾ ਪਰ ਨਾ ਕਿਸ ਦਾ ਨਹੀਂ ਲਿਆ। ਕਹਿੰਦੇ ਹੰਕਾਰਿਆ ਜੋ ਮਾਰਿਆ, ਕਿਉਂਕਿ ਹੰਕਾਰ ਦੀ ਗੁਰੂ ਘਰ ਦੇ ਵਿੱਚ ਕੋਈ ਥਾਂ ਨਹੀਂ ਹੁੰਦੀ। ਸਿੱਧੂ ਦੇ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਵਕਤ 4 ਮੰਤਰੀ, ਜਿਨ੍ਹਾਂ ਦੇ ਵਿੱਚ ਸੁਖ ਸਰਕਾਰੀਆ, ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਚੰਨੀ ਸ਼ਾਮਲ ਸੀ। ਵਿਧਾਇਕਾਂ ਦੇ ਵਿੱਚ ਜਿਨ੍ਹਾਂ ਦਾ ਕੁਝ ਜ਼ਿਕਰ ਕੀਤਾ ਜਾ ਸਕਦਾ ਹੈ, ਅਮਰਿੰਦਰ ਰਾਜਾ ਵੜਿੰਗ, ਪ੍ਰਗਟ ਸਿੰਘ, ਕੈਪਟਨ ਦੇ ਖਾਸਮ ਖਾਸ ਡਾਕਟਰ ਰਾਜਕੁਮਾਰ ਵੇਰਕਾ, ਇੰਦਰਵੀਰ ਸਿੰਘ ਬੁਲਾਰੀਆ, ਤਰਸੇਮ ਸਿੰਘ DC, ਮਦਨ ਲਾਲ ਜਲਾਲਪੁਰ, ਹਰਮਿੰਦਰ ਗਿੱਲ, ਸੁਖਪਾਲ ਸਿੰਘ ਭੁੱਲਰ, ਧਰਮਵੀਰ ਅਗਨੀਹੋਤਰੀ, ਬਰਿੰਦਰ ਢਿੱਲੋਂ, ਦਵਿੰਦਰ ਘਬਾਇਆ, ਡਾਕਟਰ ਹਰਜੋਤ ਕਮਲ, ਕੁਲਵੀਰ ਜ਼ੀਰਾ, ਸੁਖਵਿੰਦਰ ਸਿੰਘ ਡੈਣੀ ਬੰਡਾਲਾ, ਸੁਨੀਲ ਦੱਤੀ, ਇਹ ਨਾਲ ਚੱਲ ਰਹੇ ਸੀ। ਪਰ ਕੈਪਟਨ ਧੜੇ ਨਾਲ ਸੰਬੰਧਿਤ ਕੁਝ ਮੰਤਰੀ, ਜਿਨ੍ਹਾਂ ਵਿੱਚ OP ਸੋਨੀ, ਅੰਮ੍ਰਿਤਸਰ ਦੇ ਮੇਅਰ ਕਰਮਜੀਤ, ਇਹ ਬਿਲਕੁਲ ਸਿੱਧੂ ਦੇ ਨੇੜੇ ਨਹੀਂ ਫਟਕੇ, ਸਗੋਂ ਇਹਨਾਂ ਨੇ ਅੰਮ੍ਰਿਤਸਰ ਦੀ ਇਸ ਫੇਰੀ ਦੇ ਦੌਰਾਨ ਸਿੱਧੂ ਤੋਂ ਦੂਰੀ ਬਣਾ ਕੇ ਰੱਖੀ। ਪਰ ਜਿਹੜੇ ਆ ਮੰਤਰੀ, ਜਿਹੜੇ ਆ ਵਿਧਾਇਕ ਪਹਿਲਾਂ ਸਿੱਧੂ ਦੇ ਘਰ ਨਾਸ਼ਤੇ ਤੇ ਇਕੱਠੇ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਮੈਂ 4 ਕੈਬਨਿਟ ਮੰਤਰੀਆਂ ਦਾ ਜ਼ਿਕਰ ਕਰ ਰਿਹਾ, ਕੁਝ ਵਿਧਾਇਕਾਂ ਦਾ ਜ਼ਿਕਰ ਕਰ ਰਿਹਾ। ਸਿੱਧੂ ਦੇ ਘਰ ਨਾਸ਼ਤੇ ਤੇ ਜਦੋਂ ਇਕੱਠੇ ਹੋਏ ਤਾਂ ਭਵਿੱਖ ਨੂੰ ਲੈ ਕੇ ਪਤਾ ਲੱਗਿਆ ਕਿ ਇਹਨਾਂ ਨੇ ਕੁਝ ਮਤੇ ਪਾਸ ਕੀਤੇ ਹੈ। ਜਾਣਕਾਰੀ ਦੇ ਅਨੁਸਾਰ ਸਿੱਧੂ ਇੱਕ ਨਮੂਨੇ ਦੇ ਵਜੋਂ ਸਾਫ਼ ਸੁਥਰੀ ਸਿਆਸਤ ਕਰਕੇ ਨਵਾਂ ਰਾਜਸੀ ਅਤੇ ਯਾਦਗਾਰੀ ਇਤਿਹਾਸ ਰਚਣ ਵਾਸਤੇ ਉਤਾਵਲ ਹੈ, ਤਾਂ ਜੋ ਲੋਕਤੰਤਰੀ ਨਿਗਾਰ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ। ਨਾਸ਼ਤੇ ਦੇ ਵਕਤ ਡਰਾਇੰਗ ਰੂਮ ਦੇ ਵਿੱਚ ਕਹਿੰਦੇ ਸਿਆਸਤ ਹੋਈ ਤੇ ਕੁਝ ਗੁਪਤ ਮਤੇ ਸੀ, ਪਰ ਗੁਪਤ ਤਾਂ ਕਿਹਾ ਨਹੀਂ ਜਾ ਸਕਦਾ। ਹੁਣ ਉਹਨਾਂ ਨੇ ਗੁਪਤ ਰੱਖੇ ਹੋਣਗੇ, ਪਰ ਮੀਡੀਆ ਨੂੰ ਖਬਰ ਲੱਗ ਗਈ। ਖਬਰਾਂ ਇਹ ਨੇ ਕਿ ਆ ਜਿਹੜੇ 40-45 ਦੇ ਕਰੀਬ MLA ਸੀ, ਮਾਝਾ ਐਕਸਪ੍ਰੈਸ ਨਾਲ ਸੰਬੰਧਿਤ 4 ਕੈਬਨਿਟ ਮੰਤਰੀ ਸ਼ਾਮਲ ਸੀ। ਇਹਨਾਂ ਨੇ ਅਨੁਸਾਰ ਮਾਝਾ ਐਕਸਪ੍ਰੈਸ ਦਾ ਵਿਸਥਾਰ ਮਾਲ ਵਿੱਚ ਵੀ ਕੀਤਾ ਜਾਵੇ, ਦੁਆਬੇ 'ਚ ਵੀ ਕੀਤਾ ਜਾਵੇ। ਇਹ ਮਤਾ ਪਾਸ ਕੀਤਾ ਗਿਆ। 2022 ਦੀਆਂ ਚੋਣਾਂ ਜਿੱਤਣ ਦੇ ਵਾਸਤੇ ਖਾਸ ਰਣਨੀਤੀ ਵੀ ਘੜੀ ਗਈ। ਹਲਕਾ ਦੱਖਣੀ ਤੋਂ ਨੌਜਵਾਨ ਵਿਧਾਇਕ ਨੇ ਇੰਦਰਵੀਰ, ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਦੇਣ ਦੀ ਵੀ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ। ਉਹ ਕਹਿੰਦੇ ਸਿੱਧੂ ਨੇ ਸਮੁੱਚੇ ਪੰਜਾਬ ਦੇ ਹਰ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਜਾਣਾ, ਕਿਉਂਕਿ ਪਾਰਟੀ ਪ੍ਰਧਾਨ ਨੇ। ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਦਫ਼ਤਰ ਚਲਾਉਣ ਦੇ ਲਈ ਸਿੱਧੂ ਦੇ ਹਲਕੇ ਦਾ ਸਮੁੱਚਾ ਪ੍ਰਬੰਧ ਅਤੇ ਹੋਰ ਜ਼ਰੂਰੀ ਕੰਮਕਾਜ ਬੁਲਾਰੀਏ ਨੂੰ ਦਿੱਤਾ ਜਾਏਗਾ। ਇਸ ਮੌਕੇ ਭਵਿੱਖ ਦਾ ਮੁੱਖ ਮੰਤਰੀ, ਉਹਦੇ ਤੇ ਵੀ ਚਰਚਾ ਕੀਤੀ। ਆ ਬਹੁਤ ਅਹਿਮ ਹੈ, ਕਿਉਂਕਿ ਹਾਲ ਦੀ ਘੜੀ ਕੈਪਟਨ ਅਮਰਿੰਦਰ ਸਿੰਘ ਹਾਈਕਮਾਨ ਨੇ ਆਖਿਆ ਸੀ ਕਿ ਚਿਹਰਾ ਮੁੱਖ ਮੰਤਰੀ ਦਾ ਉਹ ਹੋਣਗੇ ਤੇ ਸਿੱਧੂ ਹੋਣਗੇ ਪ੍ਰਧਾਨ। ਪਰ ਜੇਕਰ ਚੋਣਾਂ ਜਿੱਤਣੀਆਂ ਨੇ, ਮੁੱਖ ਮੰਤਰੀ ਸਿੱਧੂ ਆਪਸ ਦੇ ਵਿੱਚ ਮਿਲ ਕੇ ਨਹੀਂ ਚੱਲਦੇ, ਫਿਰ ਚੋਣ ਕਿਵੇਂ ਜਿੱਤੀ ਜਾਊ? ਇਸ ਚੀਜ਼ ਨੂੰ ਲੈ ਕੇ ਉਚੇਚੇ ਤੌਰ ਤੇ ਇਸ ਨਾਸ਼ਤਾ ਮੀਟਿੰਗ ਦੇ ਵਿੱਚ ਸਿੱਧੂ ਦੇ ਘਰ ਚਰਚਾ ਹੋਈ ਹੈ। ਕੈਪਟਨ ਤੇ ਸਿੱਧੂ ਦੇ ਵਿਚਕਾਰ ਸੁਲ੍ਹਾ ਕਿਵੇਂ ਕਰਵਾਈ ਜਾਵੇ? ਪਤਾ ਲੱਗਿਆ ਕਿ ਕੈਪਟਨ ਦੇ ਕਰੀਬੀ ਸਮਝੇ ਜਾਂਦੇ ਨੇ ਰਾਣਾ KP। ਰਾਣਾ KP ਸਮਝੌਤੇ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹੈ ਤਾਂ ਜੋ ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਦੋਵਾਂ ਆਗੂਆਂ ਦੇ ਵਿਚਕਾਰ ਸਮਝੌਤਾ ਹੋ ਸਕੇ, ਪਰ ਸੰਭਾਵਨਾਵਾਂ ਘੱਟ ਨੇ। ਵੇਖਦੇ ਹਾਂ ਜੇ ਅੜੀਅਲ ਵਤੀਰਾ ਇਸੇ ਤਰੀਕੇ ਨਾਲ ਅਪਣਾਈ ਰੱਖਿਆ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਅੱਕ ਕੇ ਕਿਤੇ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਅਹੁਦਾ ਖੁੱਸ ਨਾ ਜਾਵੇ। ਇਹ ਸੰਭਾਵਨਾਵਾਂ ਨੇ, ਕਿਉਂਕਿ ਹਰ ਹੀਲੇ ਪੰਜਾਬ ਦੇ ਵਿੱਚੋਂ ਕਾਂਗਰਸ ਨੂੰ ਜਿਤਾਉਣਾ ਚਾਹੁੰਦੀ ਹੈ ਹਾਈ ਕਮਾਨ। ਜੇ ਸਿੱਧੂ ਰੁੱਸਦਾ ਸੀ ਤਾਂ ਵੀ ਹਰਦੇ, ਜਿਸਦੇ ਕੈਪਟਨ ਰੁੱਸਦਾ ਤਾਂ ਵੀ ਹਰਦੇ ਹੈ। ਵੇਖਦੇ ਹਾਂ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ। ਅਗਲੀ ਖਬਰ 2024 ਦੀ ਲੋਕ ਸਭਾ ਚੋਣ ਨੂੰ ਲੈ ਕੇ ਹੈ। ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਜਦੋਂ ਚੋਣਾਂ ਹੋਈਆਂ, ਵੱਡੀ ਜਿੱਤ ਦਰਜ ਕੀਤੀ। ਉਹਦੇ ਤੋਂ ਬਾਅਦ ਆਤਮ ਵਿਸ਼ਵਾਸ ਨਾਲ ਭਰ ਗਈ ਹੈ ਤ੍ਰਿਣਮੂਲ ਦੀ ਜਿਹੜੀ ਮੁਖੀ ਹੈ, TMC ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ। ਮਮਤਾ ਬੈਨਰਜੀ ਦੀਆਂ ਹੁਣ ਜਿਹੜੀਆਂ ਨਜ਼ਰਾਂ ਨੇ ਉਹ ਦਿੱਲੀ ਤੇ ਟਿਕੀਆਂ ਹੋਈਆਂ ਨੇ। 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਮਤਾ ਭਾਜਪਾ ਦੀ ਘੇਰਾਬੰਦੀ ਕਰਨ ਦੇ ਵਾਸਤੇ ਇੱਕ ਵਾਰ ਹੁਣ ਮੁੱਠੀਆਂ 'ਚ ਥੁੱਕ ਰਹੀ ਹੈ। ਵਿਰੋਧੀ ਪਾਰਟੀ ਨੂੰ ਇਕਜੁੱਟ ਕਰਨ ਵਿੱਚੋਂ ਡਟ ਗਏ ਹੈ। ਬੀਤੇ ਬੁੱਧਵਾਰ 21 ਜੁਲਾਈ ਨੂੰ ਸ਼ਹੀਦ ਦਿਵਸ ਦੇ ਮੌਕੇ ਤੇ ਉਹਨਾਂ ਆਪਣੀ ਪਾਰਟੀ ਭਾਵ TMC ਦੇ ਸਭ ਤੋਂ ਵੱਡੇ ਸਾਲਾਨਾ ਸਮਾਗਮ ਦੇ ਮੌਕੇ ਤੇ
ਭਾਜਪਾ ਦੇ ਖਿਲਾਫ ਸਾਰੀਆਂ ਵਿਰੋਧੀ ਧਿਰਾਂ ਨੂੰ ਉਹਨਾਂ ਨੇ ਇਕਜੁੱਟ ਹੋਣ ਅਤੇ ਇੱਕ ਫਰੰਟ ਬਣਾਉਣ ਦਾ ਸੱਦਾ ਦਿੱਤਾ। ਉਹ ਕਹਿੰਦੇ ਭਗਵਾਨ ਦਲ ਨੂੰ ਜੇ ਦਿੱਲੀ ਦੀ ਗੱਦੀ ਤੋਂ ਲਾਂਭੇ ਕਰਨਾ ਹੈ ਤਾਂ ਸਾਨੂੰ ਇਕੱਠੇ ਹੋਣਾ ਪਊ। ਉਹ ਅਪੀਲ ਕੀਤੀ ਕਿ ਆਓ ਇਕੱਠੇ ਹੋਈਏ। ਕੋਲਕਾਤਾ ਦੇ ਕਾਲੀ ਘਾਟ ਸਥਿਤ ਆਪਣੀ ਰਿਹਾਇਸ਼ 'ਚ ਇੱਕ ਵਰਚੁਅਲ ਸੰਬੋਧਨ ਦੌਰਾਨ ਮਮਤਾ ਬੈਨਰਜੀ ਨੇ ਭਾਜਪਾ ਤੇ ਤਿੱਖੇ ਹਮਲੇ ਕੀਤੇ ਤੇ ਆਖਿਆ ਕਿ ਬੰਗਾਲ ਦੀ ਜਨਤਾ ਨੇ ਧਨ ਬਲ ਅਤੇ ਬਾਹੂਬਲ ਨੂੰ ਨਕਾਰਿਆ। ਉਹਨਾਂ ਕਿਹਾ ਕਿ ਭਾਜਪਾ ਪੂਰੀ ਤਰ੍ਹਾਂ ਤਾਨਾਸ਼ਾਹੀ ਤੇ ਉਤਰੀ ਹੋਈ ਹੈ। ਭਾਰਤ ਵਿੱਚ ਲੋਕਾਂ ਦੀ ਆਜ਼ਾਦੀ ਨੂੰ ਇਹਨਾਂ ਨੇ ਖਤਰੇ ਵਿੱਚ ਪਾ ਦਿੱਤਾ ਹੈ। ਭਾਜਪਾ ਮੁਲਕ ਨੂੰ ਹਨੇਰੇ ਵਿੱਚ ਧੱਕ ਰਹੀ ਹੈ। ਮਮਤਾ ਨੇ ਕਿਹਾ ਕਿ ਹਾਲੇ ਤਾਂ ਭਾਜਪਾ ਨੂੰ ਸਿਰਫ ਬੰਗਾਲ ਤੋਂ ਭਜਾਇਆ ਹੈ। ਆਉਣ ਵਾਲਾ ਸਮਾਂ ਦੇਖਿਓ, ਆਪਾਂ ਇਕੱਠੇ ਹੋਈਏ, ਇਹਨੂੰ ਭਾਰਤ ਤੋਂ ਭਜਾਉਣਾ ਹੈ, ਇਹਨੂੰ ਭਾਰਤ ਦੀ ਸੱਤਾ ਤੋਂ ਬੇਦਖਲ ਕਰਨਾ ਹੈ। ਉਹ ਕਹਿੰਦੇ ਉਦੋਂ ਤੱਕ ਮੇਰਾ ਸੰਘਰਸ਼ ਜਾਰੀ ਰਹੂ ਜਦੋਂ ਦਿੱਲੀ ਦੀ ਗੱਦੀ ਤੋਂ ਆਪਾਂ ਇਹਨਾਂ ਨੂੰ ਉਤਾਰ ਨਹੀਂ ਦਿੰਦੇ। ਮਮਤਾ ਬੈਨਰਜੀ ਨੇ ਪੈਗਾਸਸ ਜਾਸੂਸੀ ਵਿਵਾਦ ਨੂੰ ਲੈ ਕੇ ਵੀ ਮੋਦੀ ਸਰਕਾਰ ਤੇ ਹਮਲੇ ਕੀਤੇ। ਮਮਤਾ ਨੇ ਕਿਹਾ ਕਿ ਸਰਕਾਰ ਪੈਗਾਸਸ ਜ਼ਰੀਏ ਫੋਨ ਟੈਪ ਕਰਵਾ ਰਹੀ ਹੈ, ਜਾਸੂਸੀ ਲਈ ਭਾਰਤ ਦਾ ਪੈਸਾ ਖਰਚ ਰਹੀ ਹੈ। ਵਿਰੋਧੀ ਆਗੂਆਂ ਨੂੰ ਨਹੀਂ ਬਲਕਿ ਕੇਂਦਰੀ ਮੰਤਰੀਆਂ ਤੇ ਜੱਜਾਂ ਤੱਕ ਨੂੰ ਉਹਨਾਂ ਨੇ ਛੱਡਿਆ। ਉਹ ਕਹਿੰਦੀ ਇਹ ਦੱਸਣ ਇਹਨਾਂ ਜੱਜਾਂ ਤੋਂ, ਇਹਨਾਂ ਵਿਰੋਧੀ ਧਿਰਾਂ ਦੇ ਲੀਡਰਾਂ ਤੋਂ ਕੇਂਦਰ ਸਰਕਾਰ ਨੂੰ ਖਤਰਾ ਕੀ ਸੀ। ਹੁਣ ਇਹਦੇ 'ਚ ਇੱਕ ਹੋਰ ਅਹਿਮ ਪਹਿਲੂ ਹੈ। ਮਮਤਾ ਬੈਨਰਜੀ ਜਿਹੜਾ ਭਾਸ਼ਣ ਸੀ ਨਾ, ਪਹਿਲੀ ਵਾਰ ਅੱਗੇ ਜਦੋਂ ਭਾਸ਼ਣ ਕਰਦੇ ਆ ਤਾਂ ਕਦੇ ਸਮੁੱਚੇ ਭਾਰਤ ਦੇ ਵਿੱਚ ਉਹਦਾ ਪ੍ਰਸਾਰਣ ਨਹੀਂ ਕੀਤਾ ਗਿਆ। ਜਦੋਂ ਉਹ ਭਾਸ਼ਣ ਕਰ ਰਹੇ ਸੀ ਤਾਂ ਬੰਗਾਲ ਤੋਂ ਬਾਹਰ ਕਈ ਸੂਬਿਆਂ ਦੇ ਵਿੱਚ ਸਿੱਧਾ ਪ੍ਰਸਾਰਣ ਕੀਤਾ ਗਿਆ ਮਮਤਾ ਦੇ ਭਾਸ਼ਣ ਦਾ। ਦਿੱਲੀ 'ਚ ਕੀਤਾ ਗਿਆ, ਉਚੇਚੇ ਤੌਰ ਤੇ ਗੁਜਰਾਤ 'ਚ ਕੀਤਾ ਗਿਆ, ਯੂਪੀ 'ਚ ਕੀਤਾ ਗਿਆ। ਗੁਜਰਾਤ 'ਚ ਯੂਪੀ 'ਚ ਚੋਣਾਂ ਆਉਣ ਵਾਲੀਆਂ ਨੇ। ਉੜੀਸਾ 'ਚ ਕੀਤਾ ਗਿਆ, ਤ੍ਰਿਪੁਰਾ 'ਚ ਕੀਤਾ ਗਿਆ, ਤਾਮਿਲਨਾਡੂ 'ਚ ਕੀਤਾ ਗਿਆ ਤੇ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਵੀ ਕੀਤਾ ਗਿਆ। ਵੱਡੇ ਸਕਰੀਨ ਲਾ ਕੇ ਮਮਤਾ ਬੈਨਰਜੀ ਦਾ ਇਹ ਭਾਸ਼ਣ ਸਿੱਧਾ ਕਈ ਸੂਬਿਆਂ ਦੇ ਵਿੱਚ ਪ੍ਰਸਾਰਿਤ ਕੀਤਾ ਗਿਆ। ਅਗਲੀ ਜਿਹੜੀ ਖਬਰ ਹੈ ਸੱਚਮੁੱਚ ਬਹੁਤ ਵੱਡੀ ਖਬਰ ਹੈ। ਬੀਤੇ ਸੋਮਵਾਰ ਨੂੰ ਜਿਸ ਦਿਨ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਹੋਈ, ਜਦੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਪਣੇ ਮੰਤਰੀਆਂ ਦਾ ਤੁਰਫ ਕਰਵਾਉਣਾ ਚਾਹੁੰਦੇ ਸੀ, ਵਿਰੋਧੀ ਧਿਰਾਂ ਰੌਲਾ ਪਾ ਰਹੀਆਂ ਸੀ। ਇੱਥੋਂ ਤੱਕ ਆਖ ਦਿੱਤਾ ਗਿਆ ਕਿ ਭਾਈ ਤੁਸੀਂ ਤਾਂ ਮਾਣ ਮਰਿਆਦਾ ਸਦਨ ਦੀ ਭੰਗ ਕਰ ਰਹੇ ਹੋ। ਪਰ ਅਸਲ ਦੇ ਵਿੱਚ ਆਹ ਮਾਣ ਮਰਿਆਦਾ ਭੰਗ ਕਿਵੇਂ ਹੋਈ? ਰਾਜ ਸਭਾ ਦੇ ਵਿੱਚ ਖੜ ਕੇ ਕਿਵੇਂ ਝੂਠ ਬੋਲਿਆ ਗਿਆ? ਜਦੋਂ ਵਿਰੋਧੀ ਧਿਰਾਂ ਨੇ ਪੁੱਛਿਆ ਭਾਈ ਦੱਸਿਓ ਕਿ ਆਕਸੀਜਨ ਨਾਲ ਕਿੰਨੀਆਂ ਮੌਤਾਂ ਹੋਈਆਂ ਨੇ, ਰਾਜ ਸਭਾ ਵਿੱਚ ਕਾਂਗਰਸ ਦੇ ਸੰਸਦ ਨੇ ਕੇਸੀ ਵੇਣੂਗੋਪਾਲ, ਉਹਨਾਂ ਨੇ ਦਰਅਸਲ ਸਰਕਾਰ ਨੂੰ ਇੱਕ ਸਵਾਲ ਕੀਤਾ ਕਿ ਕੀ ਇਹ ਸੱਚ ਹੈ ਬਈ ਕਿ ਕਰੋਨਾ ਦੀ ਜਿਹੜੀ ਸੈਕੰਡ ਵੇਵ ਸੀ, ਸੈਕੰਡ ਵੇਵ ਦੇ ਵੇਲੇ ਆਕਸੀਜਨ ਦੀ ਕਮੀ ਦੇ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਮੌਤਾਂ ਹੋ ਗਈਆਂ। ਇਸ ਸਵਾਲ ਦਾ ਫਿਰ ਜਵਾਬ ਦਿੱਤਾ ਕੇਂਦਰੀ ਸਿਹਤ ਰਾਜ ਮੰਤਰੀ ਨੇ। ਉਹ ਕਹਿੰਦੇ ਮੈਂ ਲਿਖਤੀ ਜਵਾਬ ਦਿੰਦਾ ਕਿ ਜਿਹੜਾ ਇਹ ਵਿਸ਼ਾ ਹੈ ਨਾ ਆਕਸੀਜਨ ਵਾਲਾ ਜਾਂ ਸਿਹਤ ਦਾ, ਇਹ ਰਾਜਾਂ ਦਾ ਵਿਸ਼ਾ ਹੈ। ਉਹ ਕਹਿੰਦੇ ਆਕਸੀਜਨ ਦੀ ਕਮੀ ਨਾਲ ਸਾਨੂੰ ਕੋਈ ਜਾਣਕਾਰੀ ਨਹੀਂ ਕੋਈ ਮੌਤ ਹੋਈ ਹੈ। ਹੁਣ ਸਵਾਲ ਹੈ ਕਿ ਜੇਕਰ ਸਿੱਖਿਆ ਮੰਤਰੀ ਇਹ ਜਵਾਬ ਦਿੰਦੇ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ, ਤਾਂ ਇਹਦੇ ਸਿਰਫ ਟਿੱਪਣੀਆਂ ਤਾਂ ਕਰਨੀਆਂ ਪੈਣਗੀਆਂ। ਕਿਉਂਕਿ ਕਿੰਨੀਆਂ ਖਬਰਾਂ ਨੇ ਕਿ ਮੀਡੀਆ ਝੂਠ ਬੋਲਦਾ ਸੀ, ਕਿ ਹਸਪਤਾਲ ਝੂਠ ਬੋਲਦੇ ਆ, ਕਿ ਅਦਾਲਤਾਂ ਝੂਠ ਬੋਲੀਆਂ। ਕੁਝ ਮੀਡੀਆ ਰਿਪੋਰਟਸ ਹੀ ਪੜ੍ਹ ਲੈਂਦੇ ਜਿਨ੍ਹਾਂ ਦਾ ਹਵਾਲਾ ਪ੍ਰਧਾਨ ਮੰਤਰੀ, ਜਿਨ੍ਹਾਂ ਦਾ ਹਵਾਲਾ ਸਿਹਤ ਮੰਤਰੀ ਦੇ ਸਕਦੇ ਸੀ। ਸ਼ਾਇਦ ਉਹਨਾਂ ਦੀਆਂ ਅੱਖਾਂ ਹੇਠ ਦੀ ਇਹ ਰਿਪੋਰਟਸ ਲੰਘੀਆਂ ਹੋਣ, ਉਹਨਾਂ ਦੇ ਕੰਨੀ ਪਈਆਂ ਵੀ ਹੋਣ ਜਾਂ ਟੀਵੀ ਤੇ ਦੇਖਿਆ ਵੀ ਹੋਵੇ, ਪਰ ਉਹਨਾਂ ਨੇ ਸ਼ਾਇਦ ਜਾਣ-ਬੁੱਝ ਕੇ ਇਗਨੋਰ ਕੀਤਾ। ਰਾਜ ਸਭਾ ਦੇ ਵਿੱਚ ਖੜ ਕੇ ਕਿਹਾ ਕਿ ਸਾਡੇ ਕੋਲ ਕੋਈ ਅੰਕੜਾ ਨਹੀਂ। ਹੁਣ ਮੈਂ ਕੁਝ ਇੱਕ ਉਦਾਹਰਨਾਂ ਤੁਹਾਡੇ ਸਾਹਮਣੇ ਰੱਖਣਾ ਜਿਹੜੀ ਇਸ ਗੱਲ ਦੀ ਪੋਲ ਖੋਲਣਗੀਆਂ। ਪਹਿਲੀ ਗੱਲ 1 ਮਈ ਦੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। 1 ਮਈ ਨੂੰ ਦਿੱਲੀ ਹਾਈ ਕੋਰਟ ਦੇ ਵਿੱਚ ਬੱਤਰਾ ਹਸਪਤਾਲ, ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਆਕਸੀਜਨ ਦੀ ਕਮੀ ਆ ਗਈ ਭਾਈ। 12 ਮਰੀਜ਼ਾਂ ਦੀ ਆਕਸੀਜਨ ਦੀ ਕਮੀ ਕਾਰਨ ਸਾਡੇ ਹਸਪਤਾਲ ਦੇ ਵਿੱਚ ਮੌਤ ਹੋ ਗਈ। ਹਸਪਤਾਲ ਦੇ ਐਗਜ਼ੈਕਟਿਵ ਡਾਇਰੈਕਟਰ ਉਹਨਾਂ ਨੇ ਆਖਿਆ ਸੀ ਕਿ ਜੇਕਰ ਹੁਣ ਆਕਸੀਜਨ ਦੀ ਸਪਲਾਈ ਫਿਰ ਬਹਾਲ ਨਾ ਹੋਈ, ਸਮੇਂ ਸਿਰ ਸਾਡੇ ਹਸਪਤਾਲ ਦੇ ਵਿੱਚ ਆਕਸੀਜਨ ਨਾ ਪਹੁੰਚੀ ਤਾਂ ਮੌਤਾਂ ਹੋਰ ਹੋਣਗੀਆਂ। ਇਹ ਮਾਨਯੋਗ ਅਦਾਲਤ ਨੂੰ ਕਿਹਾ ਸੀ, ਹਾਈ ਕੋਰਟ ਨੂੰ ਦੱਸਿਆ ਸੀ। ਦੂਸਰਾ ਮਾਮਲਾ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਦਾ ਮਾਮਲਾ ਹੈ। ਉਸ ਹਸਪਤਾਲ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ 24 ਅਪ੍ਰੈਲ ਨੂੰ ਆਕਸੀਜਨ ਦੀ ਕਮੀ ਦੇ ਕਾਰਨ ਉਹਨਾਂ ਦੇ ਹਸਪਤਾਲ ਦੇ ਵਿੱਚ 25 ਲੋਕਾਂ ਦੀ ਮੌਤ ਹੋਈ। ਤੀਸਰਾ ਮਾਮਲਾ ਕਰਨਾਟਕ ਹਾਈ ਕੋਰਟ ਦੀ ਬਣਾਈ ਹੋਈ ਇੱਕ ਕਮੇਟੀ
ਕਮੇਟੀ ਨੇ ਇਹ ਗੱਲ ਪਾਈ ਸੀ ਕਿ ਦੂਸਰੀ ਲਹਿਰ ਦੇ ਦੌਰਾਨ ਚਾਮਰਾਜ ਨਗਰ ਦੇ ਜ਼ਿਲ੍ਹਾ ਹਸਪਤਾਲ ਦੇ ਵਿੱਚ ਆਕਸੀਜਨ ਦੀ ਕਮੀ ਦੇ ਕਾਰਨ 36 ਲੋਕਾਂ ਦੀ ਮੌਤ ਹੋਈ। ਹਾਲਾਂਕਿ ਉੱਥੋਂ ਦੇ ਉਪ ਮੁੱਖ ਮੰਤਰੀ ਨੇ ਹਸਪਤਾਲ ਦੇ ਇਹਨਾਂ ਅੰਕੜਿਆਂ ਤੋਂ ਇਨਕਾਰ ਕੀਤਾ ਸੀ, ਪਰ ਕੀ ਉਪ ਮੁੱਖ ਮੰਤਰੀ ਨੂੰ ਪਤਾ ਹੋਊ ਜਾਂ ਹਸਪਤਾਲ ਨੂੰ ਪਤਾ ਹੋਊ? ਹਸਪਤਾਲ ਕਹਿੰਦਾ ਕਿ ਸਾਡੇ ਹਸਪਤਾਲ ਦੇ ਵਿੱਚ ਕਈ ਦਰਜਨ ਮੌਤਾਂ ਹੋਈਆਂ ਨੇ। ਉਹਨਾਂ ਨੇ ਕਿਹਾ ਸੀ ਕਿ ਆਕਸੀਜਨ ਦੀ ਕਮੀ ਦੇ ਨਾਲ ਕੋਈ ਮੌਤ ਨਹੀਂ ਹੋਈ। ਹਸਪਤਾਲ ਕਹਿੰਦਾ 36 ਮੌਤਾਂ ਹੋ ਗਈਆਂ। 1 ਜੁਲਾਈ ਨੂੰ ਚੱਲਦੇ ਆ ਅੱਗੇ। 1 ਜੁਲਾਈ ਨੂੰ ਰਿਸਰਚ, ਕੁਝ ਵਕੀਲ, ਕੁਝ ਸਟੂਡੈਂਟ, ਉਹਨਾਂ ਦਾ ਇੱਕ ਇੰਡੀਪੈਂਡੈਂਟ ਗਰੁੱਪ ਬਣਿਆ ਹੋਇਆ ਹੈ। ਇਹ ਗਰੁੱਪ ਨੇ ਇਸ ਕੋਵਿਡ-19 ਦੀ ਸੈਕੰਡ ਵੇਵ ਦੇ ਦੌਰਾਨ ਆਕਸੀਜਨ ਦੀ ਕਮੀ ਦੇ ਨਾਲ ਜਿਹੜੀਆਂ ਮੌਤਾਂ ਹੋਈਆਂ ਸੀ ਉਹਨਾਂ ਦਾ ਰਿਕਾਰਡ ਰੱਖਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕੁਝ ਖਬਰਾਂ ਨੂੰ, ਕੁਝ ਰਿਪੋਰਟਸ ਨੂੰ, ਕੁਝ ਪੈਨਲ ਨੂੰ, ਕੁਝ ਹਸਪਤਾਲ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਇੱਕ ਡੇਟਾਬੇਸ ਤਿਆਰ ਕੀਤਾ, ਜਿਸ ਦੇ ਮੁਤਾਬਕ ਇਸ ਸਾਲ 6 ਅਪ੍ਰੈਲ ਤੋਂ 19 ਮਈ ਦੇ ਵਿਚਕਾਰ, ਭਾਵ 43 ਦਿਨਾਂ ਦੇ ਵਿੱਚ ਭਾਰਤ ਦੇ ਵਿੱਚ 110 ਹਸਪਤਾਲਾਂ ਦੇ ਵਿੱਚ ਇਸ ਆਕਸੀਜਨ ਦੀ ਕਮੀ ਦੇ ਕਾਰਨ 629 ਮਰੀਜ਼ਾਂ ਦੀ ਮੌਤ ਹੋਈ। ਇਹਦੇ ਵਿੱਚ ਉਹ ਅੰਕੜੇ ਸ਼ਾਮਲ ਨਹੀਂ ਜਿਹੜੇ ਲੋਕ ਘਰਾਂ ਦੇ ਵਿੱਚ ਕੁਆਰੰਟੀਨ ਕਰ ਰਹੇ ਸਨ, ਹਸਪਤਾਲ ਦੇ ਵਿੱਚ ਦਾਖਲ ਨਹੀਂ ਸੀ ਹੋਏ, ਉਹ ਆਕਸੀਜਨ ਕਾਰਨ ਮਰੇ। ਇਹਨਾਂ ਵਿੱਚ ਉਹ ਲੋਕ ਵੀ ਸ਼ਾਮਲ ਨਹੀਂ ਜਿਨ੍ਹਾਂ ਨੂੰ ਹਸਪਤਾਲਾਂ ਦੇ ਵਿੱਚ ਬੈੱਡ ਨਹੀਂ ਮਿਲੇ, ਘਰ ਵਾਪਸ ਆਏ ਤੇ ਘਰਾਂ ਦੇ ਵਿੱਚ ਆਕਸੀਜਨ ਦੀ ਕਮੀ ਦੇ ਕਾਰਨ ਮੌਤ ਹੋ ਗਈ। ਇਹਨਾਂ ਮੌਤਾਂ ਦੇ ਵਿੱਚ ਉਹ ਅੰਕੜੇ ਵੀ ਸ਼ਾਮਲ ਨਹੀਂ ਜਿਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਸੀ ਅਤੇ ਘਰ ਦੇ ਵਿੱਚ ਆ ਕੇ ਆਕਸੀਜਨ ਦੀ ਕਮੀ ਦੇ ਕਾਰਨ ਮੌਤ ਹੋ ਗਈ। ਹੁਣ ਇਸ ਡੇਟਾਬੇਸ ਦੇ ਮੁਤਾਬਕ 23 ਅਪ੍ਰੈਲ ਨੂੰ ਆਕਸੀਜਨ ਦੀ ਕਮੀ ਨਾਲ ਸਭ ਤੋਂ ਵੱਧ ਮੌਤਾਂ ਹੋਈਆਂ, ਭਾਵ 60 ਮੌਤਾਂ ਇੱਕ ਦਿਨ ਵਿੱਚ ਦਰਜ ਕੀਤੀਆਂ ਗਈਆਂ। ਦਿੱਲੀ ਦੇ ਇੱਕ ਵੱਡੇ ਹਸਪਤਾਲ ਸਰ ਗੰਗਾ ਰਾਮ ਅਤੇ ਜੈਪੁਰ ਗੋਲਡਨ ਦੇ ਵਿੱਚ 46 ਮੌਤਾਂ ਦਰਜ ਕੀਤੀਆਂ ਗਈਆਂ। ਹਸਪਤਾਲ ਦੇ ਬਿਆਨ ਅਦਾਲਤਾਂ ਦੇ ਵਿੱਚ ਵੀ ਸ਼ਾਮਲ ਹੋਏ ਦਿੱਤੇ ਗਏ, ਰੇਡੀਓ ਤੇ ਟੈਲੀਵਿਜ਼ਨ ਤੇ ਵੀ ਨਸ਼ਰ ਹੋਈਆਂ। ਇਹਨਾਂ ਖਬਰਾਂ ਨੂੰ ਸੁਣਨ, ਵੇਖਣ, ਪੜ੍ਹਨ ਦੇ ਬਾਵਜੂਦ ਸਰਕਾਰ ਕਹਿੰਦੀ ਆਕਸੀਜਨ ਦੇ ਨਾਲ, ਆਕਸੀਜਨ ਦੀ ਕਮੀ ਦੇ ਕਾਰਨ ਕੋਈ ਮੌਤ ਨਹੀਂ ਹੋਈ, ਇਨਕਾਰ ਹੀ ਕਰ ਰਹੀ ਹੈ। ਤੁਹਾਨੂੰ ਸ਼ਾਇਦ ਇਹ ਵੀ ਯਾਦ ਹੋਵੇ ਕਿ 2 ਮਈ ਨੂੰ ਦਿੱਲੀ ਦੇ ਸੀਤਾਰਾਮ ਭਾਰਤੀ ਹਸਪਤਾਲ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਹਸਪਤਾਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਹਨਾਂ ਦੇ ਹਸਪਤਾਲ ਦੇ ਵਿੱਚ 42 ਕਰੋਨਾ ਦੇ ਮਰੀਜ਼ਾਂ ਦੀ ਆਕਸੀਜਨ ਦੀ ਕਮੀ ਦੇ ਕਾਰਨ ਮੌਤ ਹੋ ਗਈ। ਉਹ ਕਹਿੰਦੇ ਸਿਰਫ ਅੱਧੇ ਘੰਟੇ ਦੀ, ਭਾਵ 30 ਮਿੰਟ ਦੀ ਆਕਸੀਜਨ ਬਚੀ ਹੈ। ਜੇਕਰ ਸਾਨੂੰ ਸਪਲਾਈ ਨਾ ਮਿਲੀ ਤਾਂ ਇਹ ਹੋਰ ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਫਿਰ ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਫੌਰਨ ਆਕਸੀਜਨ ਦੇ ਇੰਤਜ਼ਾਮ ਕਰਨ ਦੇ ਆਦੇਸ਼ ਦਿੱਤੇ ਸੀ। ਦਿੱਲੀ ਹਾਈ ਕੋਰਟ ਦੇ ਵਿੱਚ ਵਿਪਨ ਸਾਂਘੀ ਅਤੇ ਰੇਖਾ ਪੱਲੀ ਦੇ ਬੈਂਚ ਨੇ ਇਹ ਮਾਮਲੇ ਦੀ ਸੁਣਵਾਈ ਕੀਤੀ ਸੀ। ਕਿਹਾ ਸੀ ਕਿ ਲਗਾਤਾਰ ਆਕਸੀਜਨ ਦੀ ਕਮੀ ਹੋ ਰਹੀ ਹੈ, ਸਰਕਾਰ ਕਿੱਥੇ ਪਈ ਹੈ। ਜਸਟਿਸ ਸਾਂਘੀ ਨੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਹੁਣ ਪਾਣੀ ਭਾਈ ਸਿਰ ਤੇ ਉੱਪਰੋਂ ਦੀ ਲੰਘ ਚੁੱਕਿਆ। ਅਦਾਲਤ ਨੇ ਇੱਥੋਂ ਤੱਕ ਅਧਿਕਾਰੀਆਂ ਨੂੰ ਫਿਟਕਾਰ ਪਾਉਂਦੇ ਹੋਏ ਕਿਹਾ ਸੀ ਕਿ ਚਾਹੇ ਮੰਗ ਕੇ ਲਿਆਓ, ਉਧਾਰ ਲਿਆਓ, ਚੋਰੀ ਕਰਕੇ ਲਿਆਓ, ਇੰਪੋਰਟ ਕਰੋ, ਪਰ ਸ਼ਹਿਰ ਦੇ ਵਿੱਚ ਆਕਸੀਜਨ ਦੀ ਜ਼ਰੂਰਤ ਪੂਰੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਕੁਝ ਇੱਕ ਹੋਰ ਤੁਹਾਨੂੰ ਉਦਾਹਰਨਾਂ ਦਿੰਦਾ ਹੈ। ਜੇ ਆਕਸੀਜਨ ਦੀ ਕਮੀ ਨਹੀਂ ਸੀ, ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਹੋਰਾਂ ਨੇ ਇੱਕ ਮੀਟਿੰਗ 16 ਅਪ੍ਰੈਲ ਨੂੰ ਕੀਤੀ, ਇੱਕ 22 ਅਪ੍ਰੈਲ ਨੂੰ ਕੀਤੀ। ਆਕਸੀਜਨ ਦੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਉਹ 2 ਬੈਠਕਾਂ ਕੀਤੀਆਂ। ਸਾਰੇ ਵਿਭਾਗਾਂ ਤੇ ਅਧਿਕਾਰੀ ਨੂੰ ਸਪਲਾਈ ਬਹਾਲ ਕਰਨ ਦੇ ਉਹਨਾਂ ਨੇ ਨਿਰਦੇਸ਼ ਵੀ ਦਿੱਤੇ ਸੀ ਅਤੇ ਨਾਲ ਹੀ ਸੁਪਰੀਮ ਕੋਰਟ ਦੇ ਵਿੱਚ ਇੱਕ ਐਫੀਡੈਵਿਟ ਵੀ ਦਾਇਰ ਕੀਤਾ ਸੀ ਕਿ ਆਕਸੀਜਨ ਦੀ ਡਿਮਾਂਡ ਨੂੰ ਪੂਰਾ ਕਰਨ ਦੇ ਵਾਸਤੇ ਉਹ ਹਰ ਤਰ੍ਹਾਂ ਦੇ ਕਦਮ ਉਠਾ ਰਹੇ ਨੇ। ਆਕਸੀਜਨ ਜਿਹੜੇ ਟੈਂਕਰ ਨੇ ਉਹਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਇਸੇ ਤਰ੍ਹਾਂ ਸ਼ਾਇਦ ਤੁਹਾਨੂੰ ਯਾਦ ਹੋਵੇ ਬਹੁਤ ਸਾਰੇ ਵਿਅਕਤੀਆਂ ਨੇ ਅਦਾਲਤਾਂ ਦੇ ਦਰਵਾਜ਼ੇ ਖੜਕਾਏ ਸੀ। ਇੱਕ ਵਿਅਕਤੀ ਦੀ ਮੈਂ ਉਦਾਹਰਨ ਵੀ ਤੁਹਾਨੂੰ ਦੇਣੀ ਚਾਹੁੰਦਾ। ਇੱਕ ਵਿਅਕਤੀ ਜਿਸ ਨੇ ਆਪਣੀ ਮਾਂ ਖੋ ਲਈ ਸੀ, ਜਹਾਨ ਤੋਂ ਚਲੇ ਗਈ ਸੀ, ਉਹ ਰੋ ਰੋ ਕੇ ਆਖ ਰਿਹਾ ਸੀ ਕਿ ਮੇਰੀ ਮਾਂ ਠੀਕ ਹੋ ਰਹੀ ਸੀ, ਹਸਪਤਾਲ 'ਚ ਦਵਾਈਆਂ ਸਮੇਤ ਜੋ ਕਿਹਾ ਅਸੀਂ ਇੰਤਜ਼ਾਮ ਕਰਕੇ ਦਿੱਤਾ। ਉਹ ਕਹਿੰਦੇ ਹਸਪਤਾਲ ਦਾ ਕੰਮ ਸਿਰਫ ਦਵਾਈਆਂ ਤੇ ਆਕਸੀਜਨ ਦੇਣਾ ਸੀ, ਉਹ ਵੀ ਹਸਪਤਾਲ ਵਾਲੇ ਦੇ ਨਹੀਂ ਸਕੇ। ਜਗਜੋਤ ਸਿੰਘ ਨਾਂ ਦਾ ਇਹ ਵਿਅਕਤੀ ਭਾਵੁਕ ਹੋ ਰਿਹਾ ਸੀ, ਦੱਸ ਰਿਹਾ ਸੀ ਕਿ ਉਹਨਾਂ ਦੀ ਮਾਂ ਸਰਬਜੀਤ ਕੌਰ ਉਹਨਾਂ 25 ਵਿਅਕਤੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਦੀ ਮੌਤ 24 ਅਪ੍ਰੈਲ ਨੂੰ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਦੇ ਵਿੱਚ ਆਕਸੀਜਨ ਦੀ ਕਮੀ ਦੇ ਕਾਰਨ ਹੋਈ ਸੀ। ਕੀ ਇਹ ਸਾਰੀਆਂ ਰਿਪੋਰਟਾਂ, ਕੀ ਇਹ ਸਾਰੇ ਸਬੂਤ, ਕੀ ਅਦਾਲਤਾਂ ਦੀਆਂ ਟਿੱਪਣੀਆਂ, ਕੀ ਸੁਪਰੀਮ ਕੋਰਟ ਦੇ ਵਿੱਚ ਪ੍ਰਧਾਨ ਮੰਤਰੀ ਦਾ ਦਿੱਤਾ ਐਫੀਡੈਵਿਟ ਕਾਫੀ ਨਹੀਂ? ਪਰ ਫਿਰ ਵੀ ਸਰਕਾਰ ਇਸ ਗੱਲ ਤੋਂ ਇਨਕਾਰ ਕਰ ਗਈ ਕਿ ਆਕਸੀਜਨ ਦੀ
ਕਮੀ ਦੇ ਕਾਰਨ ਕਿਸੇ ਦੀ ਮੌਤ ਨਹੀਂ ਹੋਈ। ਮੈਨੂੰ ਤਾਂ ਲੱਗਦਾ ਹੈ ਬਹੁਤ ਵੱਡੀ ਡਿਟੇਲ ਮੈਂ ਪ੍ਰੋਗਰਾਮ ਦੌਰਾਨ ਦੇ ਸਕਦਾ, ਪਰ ਆਪਣਾ ਸਮਾਂ ਵੀ ਸੀਮਿਤ ਹੁੰਦਾ ਹੈ। ਇਸ ਸਮੇਂ ਦੇ ਦੌਰਾਨ ਕੁਝ ਮੈਂ ਗਿਣੀਆਂ ਚੁਣੀਆਂ ਰਿਪੋਰਟਸ, ਕੁਝ ਹਵਾਲੇ ਤੁਹਾਡੇ ਰੂਬਰੂ ਕੀਤੇ ਹੈ। ਜੇਕਰ ਆਕਸੀਜਨ ਦੀ ਕਮੀ ਨਹੀਂ ਸੀ ਤਾਂ ਫਿਰ ਲੰਗਰ ਕਿਉਂ ਲੱਗੇ? ਬਹੁਤ ਵੱਡੇ ਸਵਾਲ ਨੇ, ਪਰ ਫਿਰ ਵੀ ਜੇਕਰ ਸਰਕਾਰ ਮੁੱਕਰ ਰਹੀ ਹੈ, ਮਰੇ ਤੇ ਮੁੱਕਰੇ ਦਾ ਇਲਾਜ ਕੀ ਹੈ? ਦੋਸਤੋ, ਇਹ ਸੀ ਅੱਜ ਦਾ ਆਪਣਾ ਪ੍ਰੋਗਰਾਮ। ਜੇਕਰ ਤੁਹਾਨੂੰ ਚੰਗਾ ਲੱਗਿਆ ਹੈ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦੇਣਾ ਤੇ ਸ਼ੇਅਰ ਵੀ ਕਰ ਦੇਣਾ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।